ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦੀ ਵੀਡੀਓ ਦਾ ਮੈਨੂੰ ਇਹ ਨਹੀਂ ਪਤਾ ਕਿ ਇਹਦਾ ਰਿਸਪੌਂਸ ਕਿੱਦਾਂ ਦਾ ਆਉਣਾ, ਪਰ ਮੇਰੀ ਇਹ ਬਹੁਤ ਮਨਪਸੰਦੀਦਾ ਵੀਡੀਓ ਹੋਊਗੀ ਇਹ, ਕਿਉਂਕਿ ਇਹ ਉੱਦਾਂ ਦੇ ਵਿਚਾਰ ਆ ਕਿ ਜਿਹੜੇ ਵਾਕਈ ਹੀ ਮੈਨੂੰ ਲੱਗਾ ਕਿ ਬੜੇ ਕਨਵਿੰਸਿੰਗ ਆ। ਤੇ ਇਹ ਵਿਚਾਰ ਲਾਈਨਾਂ ਤੋਂ ਹੀ ਉਪਜੇ ਸੀ। ਮੈਂ ਦੋ ਕੁ ਲਾਈਨਾਂ ਸੁਣੀਆਂ ਸੀ ਕਿ ਪੀਪਲ ਡੋਂਟ ਚੇਂਜ, ਪੀਪਲ ਜਸਟ ਡਾਈ, ਕਿ ਲੋਕ ਬਦਲਦੇ ਨਹੀਂ, ਲੋਕ ਬਸ ਮਰਦੇ ਹੀ ਆ। ਤੇ ਆਈ ਥਿੰਕ ਐਲੋਨ ਮਸਕ ਵੱਲੋਂ ਇਹ ਗੱਲ ਕਹੀ ਗਈ ਸੀ। ਤੇ ਇਹਨਾਂ ਲਾਈਨਾਂ ਨੂੰ ਜਦੋਂ ਮੈਂ ਹੋਰ ਵਿਸਤਾਰ ਨਾਲ ਸੋਚਣਾ ਸ਼ੁਰੂ ਕੀਤਾ ਤਾਂ ਮੈਨੂੰ ਲੱਗਾ ਕਿ ਵਾਕਈ ਇਨਸਾਨਾਂ ਦਾ ਮਰਨਾ, ਤੁਹਾਡਾ ਤੇ ਮੇਰਾ ਸਭ ਦਾ ਮਰਨਾ ਬਹੁਤ ਜ਼ਰੂਰੀ ਹੈ ਇਸ ਦੁਨੀਆ ਲਈ। ਤੇ ਉਹ ਆਪਾਂ ਅੱਗੇ ਜਾ ਕੇ ਡਿਸਕਸ ਕਰਦੇ ਹਾਂ। ਪਹਿਲਾਂ ਆਪਾਂ ਇਹੀ ਗੱਲ ਕਰਦੇ ਕਿ ਆਪਾਂ ਹੌਲੀ ਹੌਲੀ ਹੁਣ ਸਾਰੀ ਦੁਨੀਆ ਅਮਰ ਹੋਣ ਨਾਲ ਵਧਣ ਡਈ ਆ, ਵੀ ਆਪਾਂ ਉਮਰ ਲੰਬੀ ਕਰ ਰਹੇ ਹਾਂ। ਉਹਨੂੰ ਲੰਬੀ ਕਰਦਿਆਂ ਕਰਦਿਆਂ ਆਪਾਂ ਕਿਤੇ ਨਾ ਕਿਤੇ ਉਹੜੀ ਪੀੜ੍ਹੀ ਨੂੰ, ਉਹੜੇ ਸਟੈਪ ਨੂੰ ਪਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿੱਥੇ ਸ਼ਾਇਦ ਆਪਾਂ ਅਮਰ ਹੀ ਹੋ ਜਾਈਏ। ਤੇ ਜਿੱਦਾਂ ਕਿ ਫੋਰ ਐਗਜ਼ਾਮਪਲ ਕਿਸੇ ਜ਼ਮਾਨੇ ਦੇ ਵਿੱਚ ਲੋਕੀ ਨਿੱਕੀਆਂ ਨਿੱਕੀਆਂ ਬਿਮਾਰੀਆਂ ਤੋਂ ਮਰ ਜਾਂਦੇ ਸੀ। ਆਪਣੇ ਇੰਡੀਆ ਦੀ ਆਈ ਥਿੰਕ ਜਦੋਂ ਕਿ ਆਪਾਂ ਆਜ਼ਾਦ ਹੋਏ ਉਦੋਂ ਔਸਤ ਉਮਰ ਆਪਣੀ 35 ਕੁ ਸਾਲ ਸੀ। ਬਿਫਕੋਜ਼ ਕਈ ਲੋਕ ਉਦੋਂ ਬਗੈਰ ਦਵਾਈ ਰਹਿਤ ਖਾਣਾ ਖਾਂਦੇ ਸੀ, ਜਿਹੜੇ ਉਮਰ ਭੋਗਦੇ ਸੀ ਉਹ 100 ਤੋਂ ਵੀ ਟੱਪ ਜਾਂਦੇ ਸੀ। ਪਰ ਬਹੁਤ ਇੱਦਾਂ ਦੇ ਲੋਕ ਸੀ ਜਿਹੜੇ ਛੋਟੇ ਹੁੰਦਿਆਂ ਹੀ ਜਾਂ ਯੰਗ ਅਵਸਥਾ ਦੇ ਵਿੱਚ ਮਰ ਜਾਂਦੇ ਸੀ, ਕਿਉਂਕਿ ਉਹਨਾਂ ਨੂੰ ਕੋਈ ਬਿਮਾਰੀ ਉੱਦਾਂ ਦੀ ਲੱਗ ਜਾਂਦੀ ਸੀ ਜਿਹਦਾ ਕੋਈ ਇਲਾਜ ਨਹੀਂ ਸੀ ਹੁੰਦਾ। ਸੋ ਇਸ ਕਰਕੇ ਜਿਹੜੀ ਐਵਰੇਜ ਉਮਰ ਸੀ ਇੰਨੀ ਕੁ ਸੀ। ਨਾ ਸਿਰਫ ਇੰਡੀਆ ਦੀ, ਮੈਜੋਰਟੀ ਸਾਰੀਆਂ ਦੁਨੀਆ ਦਾ ਇਹੋ ਹੀ ਹਾਲ ਸੀ ਕਿ 40-45 ਇੱਥੇ ਇੱਕ ਐਵਰੇਜ ਉਮਰ ਹੁੰਦੀ ਸੀ। ਜੇ ਕੋਈ 100 ਇੱਕ ਬੰਦਾ ਭੋਗ ਕੇ ਮਰਨ ਡਿਆ ਤੇ ਇੱਕ 20 'ਚ ਹੀ ਮਰ ਰਿਹਾ। ਸੋ ਇਦਾਂ ਜਿੱਦਾਂ ਐਵਰੇਜ ਨਿਕਲਦੀ ਆ। ਤੇ ਪਰ ਹੁਣ ਆਪਾਂ ਹੌਲੀ ਹੌਲੀ ਉਹਨਾਂ ਸਾਰੀਆਂ ਬਿਮਾਰੀਆਂ ਦਾ ਇਲਾਜ ਲੱਭਿਆ। ਇਲਾਜ ਲੱਭਣ ਤੋਂ ਬਾਅਦ ਆਪਾਂ ਹੁਣ ਆਪਣੀ ਉਮਰ ਨੂੰ ਹੌਲੀ ਹੌਲੀ ਲੰਬੀ ਕਰਦੇ ਜਾ ਰਹੇ। ਹਰੇਕ ਕੰਟਰੀ ਦੇ ਵਿੱਚ ਹੀ ਇਸੇ ਕਰਕੇ ਆ ਜਿਹੜੀਆਂ ਡਿਵੈਲਪ ਨੇਸ਼ਨ ਇਹਨਾਂ ਦੇ ਵਿੱਚ ਜਿਹੜੀ ਪੈਨਸ਼ਨ ਉਮਰ ਆ ਉਹ ਹੌਲੀ ਹੌਲੀ ਵੱਧਦੀ ਜਾ ਰਹੀ ਆ। ਹਰੇਕ ਦਸ਼ਕ ਬਾਅਦ ਇੱਕ ਅੱਧਾ ਸਾਲ ਜਾਂ 6 ਮਹੀਨੇ ਜਾਂ ਕਈ ਵਾਰੀ 2-2 ਸਾਲ ਇਕੱਠੇ ਕਰਕੇ ਵੀ ਵਧੇ ਆ। ਕਿਸੇ ਟਾਈਮ 60 ਤੇ ਪੈਨਸ਼ਨ ਸੀ, 62 ਹੋਈ, 65 ਹੋਈ। ਹੁਣ ਮੈਜੋਰਟੀ ਕੰਟਰੀ ਦੇ ਵਿੱਚ 67 ਕਰਤੀ ਵੀ ਪੈਨਸ਼ਨ ਇਹ 67 ਆ, ਕਿਉਂਕਿ ਬੰਦੇ ਦੀ ਉਮਰ ਵੱਧ ਰਹੀ ਆ। ਹੁਣ ਜਿਹੜੇ ਆਪਣੇ ਇਨਸਾਨੀ ਅੰਗ ਆ ਉਹ ਵੀ ਆਪਾਂ ਜਾਨਵਰਾਂ ਤੇ ਉਗਾ ਰਹੇ ਆ। ਜਿੱਦਾਂ ਕਿ ਪਿੱਛੇ ਤੁਸੀਂ ਸੁਣਿਆ ਹੋਊਗਾ ਸੂਰਾਂ ਦੇ ਵਿੱਚ ਤੁਸੀਂ ਇਦਾਂ ਦੇ ਵੀ ਪਲਾਂਟ ਦੇਖੇ ਹੋਣਗੇ ਕਿ ਬੰਦੇ ਦਾ ਕੰਨ ਉਹਦੀ ਬਾਂਹ ਤੇ ਉਗਾਤਾ ਜਾਂ ਕਿਸੇ ਜਾਨਵਰ ਤੇ ਉਗਾਤਾ। ਉਹਦਾ ਕੰਨ ਲੱਥਾ ਸੀ, ਉਹਦਾ ਕੰਨ ਉੱਥੋਂ ਬਾਅਦ 'ਚ ਕੱਟ ਕੇ ਤੇ ਉਹਦੇ ਕੰਨ ਜੋੜ ਦਿੱਤਾ ਗਿਆ। ਸੂਰ ਦੇ ਵਿੱਚ ਬੰਦੇ ਦਾ ਦਿਲ ਉਗਾਇਆ ਗਿਆ ਸੀ, ਜਿਹੜਾ ਟਰਾਂਸਪਲਾਂਟ ਵੀ ਹੋਇਆ, ਪਰ ਉਹ ਬੰਦਾ ਚਲੋ ਬਚਿਆ ਨਹੀਂ। ਪਰ ਇਦਾਂ ਦੀਆਂ ਚੀਜ਼ਾਂ ਚੱਲ ਰਹੀਆਂ ਵਾ ਕਿ ਜਾਨਵਰਾਂ ਦੇ ਵਿੱਚ ਬੰਦਿਆਂ ਦੇ ਔਰਗਨ ਉਗਾਏ ਜਾਣ ਤੇ ਬਾਅਦ ਦੇ ਵਿੱਚ ਜਦੋਂ ਬੰਦੇ ਨੂੰ ਲੋੜ ਆ ਉਹ ਔਰਗਨ ਉੱਥੋਂ ਕੱਢ ਕੇ ਬੰਦੇ ਦੇ ਵਿੱਚ ਪਾ ਦਿੱਤੇ ਹਨ। ਸੋ ਇੱਕ ਸਾਈਡ ਇਹ ਚੀਜ਼ ਚੱਲ ਰਹੀ ਆ, ਇੱਕ ਸਾਈਡ ਅਮਰਤਾ ਵੱਲ ਆਪਾਂ ਇਦਾਂ ਵੀ ਜਾ ਰਹੇ ਆ ਕਿ ਹੁਣ ਇੱਕ ਇਹ ਵੀ ਕੋਸ਼ਿਸ਼ ਹੋ ਰਹੀ ਆ ਕਿ ਵੀ ਜਿਹੜੀ ਆਪਣੀ ਚੇਤਨਾ ਵਾ, ਕੌਨਸ਼ੀਅਸਨੈਸ, ਉਹਨੂੰ ਅਪਲੋਡ ਕਰ ਦਿੱਤਾ ਜਾਵੇ ਕੰਪਿਊਟਰ ਤੇ ਜਾਂ ਕਲਾਉਡਿੰਗ ਤੇ ਬੰਦੇ ਦੀ ਆਪਾਂ ਇੱਕ ਡਿਵਾਈਸ ਦੇ ਵਿੱਚ ਅਪਲੋਡ ਕਰ ਦਿਆ ਕਰਾਂਗੇ। ਉਹ ਬਾਅਦ 'ਚ ਆਪਾਂ ਕੌਨਸ਼ੀਅਸਨੈਸ ਹੋ ਗਈ, ਪਰ ਆਪਾਂ ਨੂੰ ਅੰਗਾਂ ਦੀ ਲੋੜ ਹੀ ਨਹੀਂ। ਆਪਾਂ ਨੂੰ ਰੋਬੋਟ ਟਾਈਪ ਅੰਗ ਮਿਲ ਜਾ ਕਰਨਗੇ, ਪਰ ਉਹ ਆਪਾਂ ਹੋਵਾਂਗੇ, ਆਪਾਂ ਉਹ ਰੋਬੋਟ ਹੋਊਗਾ, ਆਪਾਂ ਹੀ ਹੋਵਾਂਗੇ, ਉਹ ਇਨਸਾਨ ਹੀ ਹੋਊਗਾ। ਆਪਾਂ ਜਿਹੜੀ ਉਹਦੇ ਹੱਥ ਪੈਰ ਦਿੱਤੇ ਜਾਣਗੇ, ਉਹਨੂੰ ਇੰਨੇ ਸੈਂਸਰ ਦੇ ਦਿੱਤੇ ਜਾਣਗੇ ਕਿ ਆਪਾਂ ਹਵਾ ਵੀ ਫੀਲ ਕਰੀਏ, ਉਹਦੀ ਠੰਡ ਵੀ ਮਹਿਸੂਸ ਕਰੀਏ, ਸਾਰਾ ਕੁਝ, ਕਿ ਆਪਾਂ ਪੂਰੇ ਇਨਸਾਨ ਹੋਵਾਂਗੇ। ਤੇ ਇਦਾਂ ਦੇ ਜਿਸਮ ਰੋਬੋਟ ਤਰੀਕੇ ਦੇ ਵਿੱਚ ਬਣਾਏ ਵੀ ਜਾ ਰਹੇ ਆ। ਤੁਸੀਂ ਹੁਣ ਇਦਾਂ ਦੇ ਟੈਲੀਵਿਜ਼ਨ ਵੀ ਆ ਗਏ ਆ ਜਿਹਦੇ ਵਿੱਚ ਤੁਸੀਂ ਕਹਿੰਦੇ ਵੀ ਚੀਜ਼ਾਂ ਨੂੰ ਟੇਸਟ ਕਰ ਸਕਦੇ। ਫੋਰ ਐਗਜ਼ਾਮਪਲ ਜੇ ਟੀਵੀ ਦੇ ਵਿੱਚ ਸੰਤਰੇ ਦੀ ਫੋਟੋ ਆ ਰਹੀ ਹੈ, ਤੁਸੀਂ ਉਹਨੂੰ ਜੀਭ ਲਾਓਗੇ ਤੁਹਾਨੂੰ ਸੰਤਰੇ ਦਾ ਸਵਾਦ ਫੀਲ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਇਸੇ ਤਰੀਕੇ ਦੇ ਨਾਲ ਹੀ ਆਪਾਂ ਨੂੰ ਗਾਂਹ ਕੇ ਲੈ ਕੇ ਜਾ ਰਹੀਆਂ ਕਿ ਆਪਾਂ ਇਨਸਾਨ ਨਾ ਹੋਣ ਦੇ ਬਾਵਜੂਦ ਵੀ ਆਪਾਂ ਜਿੰਦਾ ਹੋਵਾਂਗੇ ਤੇ ਆਪਾਂ ਇਨਸਾਨ ਹੋਵਾਂਗੇ। ਤੇ ਉਸ ਦੇ ਇਲਾਵਾ ਤੁਸੀਂ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਇਹ ਚੀਜ਼ ਸੁਣਦੇ ਹੋਗੇ ਜਿੱਥੇ DNA ਐਡਿਟ ਕੀਤਾ ਜਾ ਰਿਹਾ। ਸਵਿਸ ਦੀ ਇੱਕ ਕੰਪਨੀ ਆ ਆਲਰੇਡੀ ਆ, ਉਹਨਾਂ ਨੇ ਕਿਹਾ ਵੀ ਅਸੀਂ DNA ਐਡਿਟ ਕਰ ਸਕਦੇ। ਤੁਸੀਂ ਆਪਣੇ ਬੱਚਿਆਂ ਦਾ ਚੂਜ਼ ਕਰ ਸਕਦੇ ਆ ਵੀ ਤੁਹਾਡੇ ਬੱਚਿਆਂ ਦੀ ਅੱਖਾਂ ਕਿਹੜੇ ਰੰਗ ਦੀਆਂ ਹੋਣ, ਤੁਹਾਡੇ ਬੱਚਿਆਂ ਦੀ ਹਾਈਟ ਕਿੰਨੀ ਹੋਵੇ, ਵੀ ਅਸੀਂ DNA ਐਡਿਟ ਕਰਕੇ ਸਾਰਾ ਕੁਝ ਕਰ ਸਕਦੇ ਹਾਂ। ਪਰ ਉਹਦੇ ਉੱਤੇ ਅਜੇ ਕੁਝ ਪਾਬੰਦੀਆਂ ਨੇ DNA ਐਡਿਟਿੰਗ ਉੱਤੇ। ਉਹਦੇ ਉੱਤੇ ਤਾਂ ਨੇ, ਉਹ ਕਹਿੰਦੇ ਵੀ ਜੇ ਇਹ ਟੈਕਨੋਲੋਜੀ ਵਰਲਡ ਦੇ ਵਿੱਚ ਆਪਾਂ ਇਹਨੂੰ ਆਮ ਕਰਤਾ, ਇਹਨੂੰ DNA ਐਡਿਟਿੰਗ ਨੂੰ, ਤੇ ਫਿਰ ਸਿਰਫ ਅਮੀਰ ਹੀ ਰਾਜ ਕਰਨਗੇ ਗਰੀਬਾਂ ਤੇ, ਕਿਉਂਕਿ ਉਹ ਆਫਕੋਰਸ ਸ਼ੁਰੂ ਦੇ ਵਿੱਚ ਚੀਜ਼ ਮਹਿੰਗੀ ਹੋਊਗੀ ਤੇ ਅਮੀਰ ਬੱਚੇ ਆਪਣੇ ਨਿਆਣੇ ਦੇ DNA ਐਡਿਟ ਕਰਾ ਲਿਆ ਕਰਨਗੇ ਕਿ ਮੇਰੇ ਬੱਚੇ ਦਾ ਫਿਜ਼ੀਕਲ ਅਪੀਅਰੈਂਸ ਇਦਾਂ ਦੀ ਹੋਵੇ, ਮੇਰੇ ਬੱਚੇ ਦਾ ਦਿਮਾਗ ਏਡਾ ਵੱਡਾ ਹੋਵੇ। ਸੋ ਜੇ ਉਹ ਆਪਣਾ ਇਹ ਸਾਰੀਆਂ ਚੀਜ਼ਾਂ ਚੂਜ਼ ਕਰ ਲੈਣਗੇ ਤੇ ਉਹਨਾਂ ਦਾ ਦਿਮਾਗ ਇੱਕ ਨਾਰਮਲ ਬੱਚੇ ਨਾਲੋਂ ਵੱਧ ਕੰਮ ਕਰੂਗਾ ਤਾਂ ਆਫਕੋਰਸ ਉਹਨੇ ਦੁਨੀਆ ਤੇ ਰੂਲ ਕਰਨਾ ਹੀ ਕਰਨਾ। ਪਰ ਇਹ ਸਭ ਦੇ ਬਾਵਜੂਦ ਪਿੱਛੇ ਜੇ ਚਾਈਨਾ ਦੇ ਵਿੱਚ 2 ਬੱਚੀਆਂ ਨੂੰ ਜਨਮ ਦਿੱਤਾ ਸੀ।
ਉਹਨਾਂ ਦਾ DNA ਐਡਿਟ ਕਰਕੇ, ਤੇ ਉੱਤੇ ਬੜਾ ਹੋ ਹੱਲਾ ਹੋਇਆ ਸੀ, ਤੇ ਉਹ ਸਾਇੰਟਿਸਟ ਨੂੰ ਆਈ ਥਿੰਕ ਉੱਤੇ ਕੁਝ ਪਾਬੰਦੀਆਂ ਵਗੈਰਾ ਲਾਉਣ ਦੀ ਵੀ ਗੱਲ ਚੱਲੀ ਸੀ ਕਿ ਇਹਨੇ ਕਿਉਂ ਕੀਤਾ। ਪਰ ਉਹਦੇ ਕਹਿਣ ਦੇ ਅਨੁਸਾਰ ਉਹ ਕਹਿੰਦੇ ਮੈਂ ਕੁਛ ਜ਼ਿਆਦਾ ਨਹੀਂ ਚੇਂਜ ਕੀਤਾ, ਮੈਂ ਸਿਰਫ ਇਹਨਾਂ ਦੇ DNA 'ਚ ਇਹੋ ਹੀ ਐਡਿਟ ਕੀਤਾ ਸੀ ਕਿ ਇਹਨਾਂ ਨੂੰ ਆੜੀਆਂ ਫੋਰ ਐਗਜ਼ਾਮਪਲ HIV ਇੱਦਾਂ ਦੀਆਂ ਬਿਮਾਰੀਆਂ ਇਹਨਾਂ ਨੂੰ ਕਦੀ ਨਹੀਂ ਹੋਣਗੀਆਂ, ਭਾਵੇਂ ਉਹਨਾਂ ਦੇ ਵਿੱਚੋਂ ਬਲੱਡ ਪਾਈ ਜਾਓ ਤੁਸੀਂ HIV, ਉਹਨਾਂ ਦੇ ਵਿੱਚ ਉਹਨੇ ਉਹ ਜਿਹੜੇ ਆਪਣਾ DNA ਸਟਰਕਚਰ ਹੁੰਦੀ ਵੀ ਉਹ ਚੀਜ਼ਾਂ ਹੀ ਕੱਢਤੀਆਂ ਵੀ ਉਹਨਾਂ ਦੇ ਅਸਰ ਹੀ ਨਹੀਂ ਹੋਣਗੀਆਂ। ਸੋ ਉਹਨੇ ਇੱਦਾਂ। ਪਰ ਹੁਣ ਗੱਲ ਮੁੱਕਦੀ ਆ ਕਿ ਆਪਾਂ ਅਫਕੋਰਸ ਅਮਰ ਹੋਣ ਵੱਲ ਵੱਧਦੇ ਰਹੇ ਆ, ਤੇ ਸ਼ਾਇਦ ਆਪਾਂ ਹੋ ਵੀ ਜਾਣਾ ਵਾ ਕਿਸੇ ਨਾ ਕਿਸੇ ਦਿਨ। ਉਹ ਇਹ ਨਹੀਂ ਪਤਾ ਆਪਾਂ 100 ਸਾਲ ਨੂੰ, 200 ਸਾਲ ਨੂੰ, ਜਾਂ 300 ਸਾਲ ਨੂੰ, ਜਾਂ 500 ਸਾਲ ਨੂੰ। ਅੱਜ ਇਹ ਨਾ ਸੋਚੋ ਵੀ ਸ਼ਾਇਦ ਜਿਹੜੀਆਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗਣਾ ਵਾ, ਕਿਉਂਕਿ ਤੁਸੀਂ ਇਹੀ ਦੇਖੋ ਕਿ ਪਿਛਲੇ 100 ਸਾਲ ਦੇ ਵਿੱਚ ਜਿਹੜੀ ਮੇਨ ਤਰੱਕੀ ਹੋਈ ਆ ਦੁਨੀਆ ਨੇ, 100 ਸਾਲ ਦੇ ਵਿੱਚ 100 ਸਾਲ ਦੇ ਵਿੱਚ ਭਾਫ ਵਾਲੇ ਇੰਜਨ ਤੋਂ ਲੈ ਕੇ ਉਹੜੇ ਰੌਕਟਾਂ ਤੱਕ ਵੀ ਆ ਗਏ ਆ। ਜਿੱਦਾਂ ਐਲੋਨ ਮਸਕ ਵਾਲੇ ਵੀ ਰੌਕਟ ਉੱਪਰ ਜਾਂਦਾ ਵਾ ਤਾਂ ਰੌਕਟ ਹੀ ਬੈਕ ਲੈਂਡ ਹੋ ਜਾਂਦਾ ਵਾ। ਆਪਾਂ 100 ਸਾਲ ਦੇ ਵਿੱਚ ਇੰਨੀ ਤਰੱਕੀ ਕਰ ਗਏ ਆ। ਆਪਣਾ ਇਤਿਹਾਸ ਕਰੋੜਾਂ ਸਾਲਾਂ ਦਾ ਵਾ ਇਨਸਾਨ ਦਾ, ਤੇ ਆਪਾਂ ਪਿੱਛੇ 19 ਕਰੋੜਾਂ ਸਾਲਾਂ ਦੇ ਵਿੱਚ ਤਰੱਕੀ ਨਹੀਂ ਕੀਤੀ ਜਿੰਨੀ ਆਪਾਂ 100 ਸਾਲ ਦੇ ਵਿੱਚ ਹੀ ਕਰ ਲਈ। ਕਿਉਂਕਿ ਹੁਣ ਆਪਣੇ ਕੋਲ ਆਪਾਂ ਉਹੜੇ ਫੇਸ ਦੇ ਵਿੱਚ ਆ ਗਏ ਆ ਕਿ ਆਪਾਂ ਚੀਜ਼ਾਂ ਨਵੀਆਂ ਤੋਂ ਨਵੀਆਂ ਖੋਜ ਕਰ ਸਕਦੇ ਆ। ਆਪਣੇ ਕੰਪਿਊਟਰ ਆਪਣੀ ਹੈਲਪ ਕਰਨ ਡਏ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਆ ਚੱਲੀ ਆ। ਸੋ ਜੋ ਤਰੱਕੀ ਸ਼ਾਇਦ ਪਿਛਲੇ 100 ਸਾਲਾਂ 'ਚ ਹੋਈ, ਉਹ ਸ਼ਾਇਦ ਆਉਣ ਵਾਲੇ 50 ਸਾਲਾਂ ਦੇ ਵਿੱਚ ਉਸ ਤੋਂ ਵੀ ਡਬਲ ਹੋ ਜੇ। ਸੋ ਆਪਾਂ ਨੂੰ ਹੁਣ ਫਿਊਚਰ ਦਾ ਕੁਛ ਨਹੀਂ ਐਡਾ ਜ਼ਿਆਦਾ ਪਤਾ ਵੀ ਆਉਣ ਵਾਲੇ 50-100 ਸਾਲਾਂ ਦੇ ਵਿੱਚ ਵੀ ਕਿੰਨੀ ਚੀਜ਼ਾਂ ਨੇ ਕਿੱਦਾਂ ਬਦਲ ਜਾਣਾ। ਪਰ ਇਹਨਾਂ ਸਭ ਦੇ ਬਾਵਜੂਦ ਜਿਹੜੀਆਂ ਲਾਈਨਾਂ ਜਿੱਦਾਂ ਮੈਂ ਕਿਹਾ ਕਿ ਪੀਪਲ ਡੋਂਟ ਚੇਂਜ, ਪੀਪਲ ਜਸਟ ਡਾਈ, ਤੇ ਐਲੋਨ ਮਸਕ ਬਾਰੇ ਉਹਦੇ ਕਈ ਗੱਲ ਆ, ਤੇ ਉਹਦੇ ਕਹਿਣ ਅਨੁਸਾਰ ਇਹ ਵੀ ਹੈ ਕਿ ਲੋਕਾਂ ਦਾ ਮਰਨਾ ਬਹੁਤ ਜ਼ਰੂਰੀ ਆ ਤਰੱਕੀ ਵਾਸਤੇ, ਦੁਨੀਆ ਤਰੱਕੀ ਆ। ਮੈਂ ਉਹਦੇ ਰਿਲੇਟਡ ਗਲਤ ਨਹੀਂ ਸੁਣੀ, ਫਿਰ ਮੈਂ ਆਪ ਬਾਕੀ ਉਹ ਚੀਜ਼ਾਂ ਸੋਚਣੀਆਂ ਸ਼ੁਰੂ ਕੀਤੀਆਂ। ਫੋਰ ਐਗਜ਼ਾਮਪਲ ਜੇ 1500 ਵਾਲੇ ਜਿਹੜੇ 1500 ਈਸਵੀ ਦੇ ਵਿੱਚ ਲੋਕ ਰਹਿੰਦੇ ਸੀ, ਜੋ ਉਹ ਅਮਰ ਹੋ ਜਾਂਦੇ, ਤੇ ਉਹਨਾਂ ਨੇ ਕਦੀ ਸ਼ਾਇਦ ਇਹ ਚੀਜ਼ਾਂ ਸੋਚਣੀਆਂ ਹੀ ਨਹੀਂ ਸੀ ਕਿ ਰਾਕਟ ਬਣਾਈਏ ਜਾਂ ਸੈੱਲ ਫੋਨ ਬਣਾਈਏ। ਕਿਉਂਕਿ ਜਦੋਂ ਆਪਣੇ ਕਹਿੰਦੇ ਨਾ ਟ੍ਰੇਨ ਦੀ ਪਟੜੀ ਵਿਛਾਈ ਜਾ ਰਹੀ ਸੀ ਜਦੋਂ ਇੰਡੀਆ ਦੇ ਵਿੱਚ, ਤੇ ਲੋਕੀ ਇਹ ਸੋਚਦੇ ਸੀ ਕਿ ਗੋਰੇ ਵੀ, ਉਦੋਂ ਲੋਕਾਂ ਨੂੰ ਟ੍ਰੇਨ ਦਾ ਪਤਾ ਹੀ ਨਹੀਂ ਸੀ ਵੀ ਜਿਹੜੇ ਦੂਰ ਦਰਾਡੇ ਜਾਂ ਵਿਜ਼ਿਟ ਨਹੀਂ ਸੀ ਕੀਤਾ, ਉਹਨਾਂ ਨੂੰ ਇਹ ਲੱਗਦਾ ਸੀ ਵੀ ਗੋਰੇ ਪਾਉਣ ਡਏ ਆ, ਸੰਗਲ ਪਾਉਣ ਡਏ ਸਾਡੀ ਧਰਤੀ ਨੂੰ, ਤੇ ਹੁਣ ਉਹਨਾਂ ਨੇ ਖਿੱਚ ਕੇ ਜਿਹੜਾ ਭਾਰਤ ਆ, ਇੰਡੀਆ ਵਾ, ਉਹ ਇੰਗਲੈਂਡ ਲੈ ਜਾਣਾ। ਤੇ ਉਸ ਟਾਈਮ ਉਹ ਕਰ ਹੀ ਨਹੀਂ ਸੀ ਸਕਦੇ। ਤੁਸੀਂ ਆਪਣੇ ਪੁਰਾਣੇ ਬਜ਼ੁਰਗ ਦੇਖ ਲਓ। ਅਸੀਂ ਸੋਚਦੇ ਹੁੰਦੇ ਹਾਂ ਵੀ ਜਦੋਂ ਅਸੀਂ ਕਹਿੰਦੇ ਹੁੰਦੇ ਹਾਂ ਕਿ ਮੋਬਾਈਲ ਫੋਨ ਆ ਗਿਆ, ਜਦੋਂ ਨਵਾਂ ਆਇਆ, ਤੇ ਕਿਸੇ ਨੂੰ ਕਹਿਣਾ ਵੀ ਇਹਦੀ ਗੱਲ ਉੱਥੇ ਹੋ ਜਾਂਦੀ ਆ, ਤੇ ਕੋਈ ਯਕੀਨ ਹੀ ਨਹੀਂ ਸੀ ਕਰਦਾ। ਜਦੋਂ ਮੋਬਾਈਲ ਫੋਨ ਆਇਆ ਤਾਂ ਅਸੀਂ ਖੁਦ ਨਹੀਂ ਸੀ ਯਕੀਨ ਕਰਦੇ ਕਿ ਕਦੀ ਇਹਦੇ ਵਿੱਚ ਅਸੀਂ TV ਵੀ ਦੇਖ ਲਿਆ ਕਰਾਂਗੇ, ਇੱਦਾਂ ਆਪਾਂ ਵੀਡੀਓ ਵੀ ਅਪਲੋਡ ਕਰ ਲਿਆ ਕਰਾਂਗੇ ਕਿ ਇਹ ਸਾਰਾ ਕੁਝ ਸੰਭਵ ਹੋ ਜਾਊਗਾ। ਪਰ ਇਹ ਸੰਭਵ ਜਿਵੇਂ ਨਵੀਂ ਜਨਰੇਸ਼ਨ ਆਉਂਦੀ ਆ, ਉਹੀ ਚੀਜ਼ਾਂ ਪੋਸੀਬਲ ਕਰਦੀ ਆ। ਕਿ ਜਿੱਦਾਂ ਮੈਂ ਮੇਨ ਚੀਜ਼ ਉਹੀ ਕਿਹਾ ਕਿ ਜੇ ਪੁਰਾਣੇ ਲੋਕ ਹੀ ਅਮਰ ਹੋਈ ਜਾਣ ਤੇ ਨਵੇਂ ਫਰੈਸ਼ ਆਈਡੀਆਜ਼ ਨਾ ਆਉਣਗੇ। ਕਿਉਂਕਿ ਜਿਹੜਾ 1500 ਦੇ ਵਿੱਚ ਜੰਮਿਆ, ਉਹਨੇ ਇਹ ਯਕੀਨ ਹੀ ਨਹੀਂ ਸੀ ਕਰਨਾ ਕੋਈ ਇਦਾਂ ਦਾ ਡਿਵਾਈਸ ਵੀ ਹੋਊਗਾ ਜਿਹਦੇ ਤੇ ਲੋਕੀ ਦੂਰ ਦਰਾਡੇ ਲੱਖਾਂ ਕਿਲੋਮੀਟਰ ਦੂਰ ਬੈਠੇ ਵੀ ਗੱਲਾਂ ਕਰ ਲਿਆ ਕਰਨਗੇ ਇੱਕ ਦੂਜੇ ਦੇ ਨਾਲ। ਅੱਜ ਕੱਲ੍ਹ ਤਾਂ ਸਪੇਸ 'ਚ ਬੈਠੇ ਵੀ ਆਪਾਂ ਕਨੈਕਟ ਹੋ ਜਾਂਦੇ ਹਾਂ। ਤੇ ਉਹਨਾਂ ਨੇ ਉਹਦੀ ਉਧਰਲੀ ਸਾਈਡ ਪੈਰ ਹੀ ਨਹੀਂ ਸੀ ਪੱਟਣਾ। ਜੇ ਚਿੱਠੀਆਂ ਤੋਂ ਬਾਅਦ ਇੱਕ ਜਨਰੇਸ਼ਨ ਨਾ ਜੰਮਦੀ ਜਿਹਨੇ ਫੋਨ ਦੇਖਿਆ ਸੀ, ਜਿਹੜੀ ਉਦੋਂ ਜੰਮੀ ਜਦੋਂ ਟੈਲੀਫੋਨ ਹੈਗਾ ਸੀ, ਜਦੋਂ ਲੈਂਡਲਾਈਨ ਹੈਗਾ ਸੀ, ਤੇ ਉਹੜੀ ਜਨਰੇਸ਼ਨ ਨੇ ਇਹ ਸੋਚਣਾ ਸ਼ੁਰੂ ਕੀਤਾ, ਯਾਰ ਤਾਰ ਦਾ ਯੱਬ ਕਿਉਂ ਆ, ਇਹ ਤਾਰ ਕਿਉਂ ਯਾਰ, ਮੈਨੂੰ ਇਹ ਤਾਰ ਦਾ ਯੱਬ ਨਹੀਂ ਹੋਣਾ ਚਾਹੀਦਾ। ਤੇ ਉਹਨਾਂ ਨੇ ਸੋਚਿਆ ਹੋਊਗਾ ਆਪਾਂ ਤਾਰ ਦਾ ਯੱਬ ਖਤਮ ਕਰਨਾ ਵਾ। ਅਦਰਵਾਈਜ਼ ਜੇ ਉਹੀ ਜਨਰੇਸ਼ਨ ਜਿਹੜੀ ਜੰਮੀ ਚਿੱਠੀਆਂ ਵੇਲੇ ਸੀ, ਜੇ ਟੈਲੀਫੋਨ ਹੈ ਹੀ ਨਹੀਂ ਸੀ, ਉਹਨਾਂ ਵਾਸਤੇ ਉਹੀ ਬੜੀ ਵੱਡੀ ਇਨਵੈਂਸ਼ਨ ਸੀ। ਉਹਨਾਂ ਵਾਸਤੇ ਤਾਰ ਯੱਬ ਨਹੀਂ ਸੀ, ਉਹਨਾਂ ਵਾਸਤੇ ਉਹ ਇੱਕ ਬਹੁਤ ਵੱਡੀ ਸਹੂਲੀਅਤ ਸੀ। ਉਹਨਾਂ ਨੇ ਨਹੀਂ ਸੀ ਉਸ ਤੋਂ ਅੱਗੇ ਨੈਕਸਟ ਲੈਵਲ ਸੋਚਣਾ। ਤੇ ਇਦਾਂ ਹੀ ਇਹ ਤਾਂ ਹੋ ਗਈਆਂ ਇਨਵੈਂਸ਼ਨਾਂ ਦੀਆਂ ਗੱਲਾਂ ਕਿ ਇਨਵੈਂਸ਼ਨਾਂ ਨਹੀਂ ਸੀ ਹੋਣੀਆਂ। ਕਿਉਂਕਿ ਜਦੋਂ ਵੀ ਕੋਈ ਇੱਕ ਨਵੀਂ, ਆਪਾਂ ਆਲਵੇਜ਼ ਕਹਿੰਦੇ ਕਿ ਜਿਹੜੀ ਇਹ ਜਨਰੇਸ਼ਨ ਹੈ ਬੜੀ ਤੇਜ਼ ਆ। ਆਪਾਂ ਅਕਸਰ ਜਦੋਂ ਆਪਾਂ ਜੰਮੇ ਸੀ, ਆਪਣੇ ਮਾਪਿਓ ਕਹਿੰਦੇ ਹੋਣਗੇ ਵੀ ਇਹ ਬੜੇ ਤੇਜ਼ ਆ, ਇਹ TV ਚਲਾ ਲੈਂਦੇ ਆ, ਇਹਨਾਂ ਨੂੰ ਆਪੇ ਹੀ ਪਤਾ TV ਦਾ ਰਿਮੋਟ ਕਿੱਥੇ, ਆਪੇ ਚੈਨਲ ਚੇਂਜ ਕਰ ਲੈਂਦਾ ਸਾਡਾ ਮੁੰਡਾ। ਤੇ ਉਦੋਂ ਅੱਜ ਕੱਲ੍ਹ ਆਪਾਂ ਸੋਚਦੇ ਹਾਂ, ਤੁਸੀਂ ਸੱਚ ਪੁੱਛੋ ਆਪਣੇ ਨਿਆਣੇ, ਤੁਸੀਂ ਅਕਸਰ ਦੇਖਦੇ ਹੋ ਨਿੱਕੇ ਨਿਆਣੇ, ਸ਼ਾਇਦ ਆਪਾਂ ਜਦੋਂ ਟੈਲੀਫੋਨ ਨੂੰ ਇਸਤੇਮਾਲ ਕਰਨਾ ਸ਼ੁਰੂ ਕੀਤਾ, ਆਪਾਂ ਨੂੰ ਸਟਰਗਲ ਕਰਨੀ ਪਈ ਹੋਊਗੀ ਕਈ ਚੀਜ਼ਾਂ ਵਾਸਤੇ। ਪਰ ਅੱਜ ਕੱਲ੍ਹ ਦੇ ਨਿੱਕੇ ਜਵਾਕ, ਤੁਹਾਨੂੰ ਪਤਾ ਹੀ ਹੈ ਕਿ ਫੋਨਾਂ ਦਾ ਕਿੱਦਾਂ ਐਨ ਜੋ ਮਰਜ਼ੀ ਚੇਂਜ ਕਰਾ ਲਓ, ਉਹਨਾਂ ਨੂੰ ਕਹਦੇ ਆਹ ਸੈਟਿੰਗ ਚੇਂਜ ਕਰ ਦਿਓ, ਝੱਟ ਕਰ ਲੈਂਦੇ ਆ। ਸੋ ਇਹੀ ਕਿ ਆਲਵੇਜ਼ ਨੈਕਸਟ ਜਨਰੇਸ਼ਨ ਜਿਹੜੀ ਅਗਲੇ ਸਮੇਂ 'ਚ ਪੈਦਾ ਹੁੰਦੀ ਆ, ਉਹ ਇੱਕ ਕਦਮ ਅੱਗੇ
ਆਈਡੀਆਜ਼ ਨੂੰ ਲੈ ਕੇ ਜਾਂਦੀ ਹੈ, ਕਿਉਂਕਿ ਉਹ ਜੰਮਦੀ ਹੀ ਉਹ ਚੀਜ਼ਾਂ ਨੂੰ ਬੈਲੈਂਸ ਕਰੀ ਜਾਂਦੀ ਹੈ ਹਨਾ। ਫੋਰ ਐਗਜ਼ਾਮਪਲ ਆਪਾਂ ਇੱਥੇ ਆ, ਇੱਕ ਸਟੈਪ ਆਪਾਂ ਇੱਥੇ ਜਨਮ ਹੋਇਆ, ਫਿਰ ਅਗਲਾ ਸਟੈਪ ਇੱਥੇ, ਆਪਾਂ ਤਾਂ ਹੀ ਪੌੜੀ ਦਰ ਪੌੜੀ ਚੜ੍ਹਦੇ ਜਾਂਦੇ ਆ। ਪਰ ਇਸ ਤੋਂ ਇਲਾਵਾ ਇਹ ਤਾਂ ਹੋ ਗਈ ਇਨਵੈਂਸ਼ਨਾਂ ਦੀ ਗੱਲ। ਫੋਰ ਐਗਜ਼ਾਮਪਲ ਮੇਰੀ ਸੋਚ ਇਹ ਆ ਕਿ ਮੈਂ ਹਮੇਸ਼ਾ ਇਹ ਕਹਿੰਦਾ ਵੀ ਯਾਰ ਗੱਲਬਾਤ ਦੇ ਨਾਲ ਬਹੁਤ ਮਸਲੇ ਹੱਲ ਹੋ ਜਾਂਦੇ ਆ। ਲੜਾਈ ਲੜੂਈ ਵਾਲੇ ਮਾਰਕੁੱਟ ਵਾਲੇ ਗੀਤ ਨਹੀਂ ਹੋਣੇ ਚਾਹੀਦੇ, ਗਨ ਕਲਚਰ ਨਹੀਂ ਹੋਣਾ ਚਾਹੀਦਾ। ਇਹ ਚੀਜ਼ਾਂ ਸਾਰੀਆਂ ਹੁਣ ਮੰਨ ਲਓ ਇੱਕ ਜਨਰੇਸ਼ਨ ਇੱਦਾਂ ਦੀ ਮੇਰੇ ਵਰਗੀ ਮੈਂ ਜੰਮ ਗਈ ਆ, ਤੇ ਉਹ ਕਿਸੇ ਕੰਟਰੀ ਦਾ ਵੀ ਇੱਥੇ ਬਹੁਤ ਇੱਦਾਂ ਦੀਆਂ ਪੀਸਫੁਲ ਕੰਟਰੀਆਂ ਹੈਗੀਆਂ ਵਾ, ਜਿੱਦਾਂ ਕਿ ਆਈਸਲੈਂਡ ਦੀ ਕਹਿੰਦੇ ਕੋਈ ਨੇਵੀ ਜਾਂ ਕੋਈ ਆਰਮੀ ਹੈ ਨਹੀਂ ਗੀ, ਸਵਿਸ ਲੋਕੀ ਜਾਂ ਹੋਰ ਇੱਦਾਂ ਦੇ ਕਈ ਕੰਟਰੀਆਂ ਦੇ ਲੋਕ ਮੰਨੇ ਜਾਂਦੇ ਆ। ਨੂਰਵੇ ਬੜੇ ਪੀਸਫੁਲ ਆ ਹਨਾ। ਉੱਥੇ ਇਹੀ ਚੀਜ਼ਾਂ ਦਾ ਵੀ ਨਹੀਂ ਯਾਰ ਆਪਾਂ ਨੂੰ ਗੰਨਾਂ ਗੁੰਨਾਂ ਦੀ ਲੋੜ ਨਹੀਂ ਗੀ, ਆਪਾਂ ਇੱਦਾਂ ਹੀ ਠੀਕ ਆ। ਹੁਣ ਉਹ ਸਾਰੀ ਜਨਰੇਸ਼ਨ ਕਹਿ ਲਓ ਮੇਰੇ ਵਰਗੀ ਹੋ ਗਈ, ਜਿਹੜੀ ਕਹਿੰਦੀ ਵੀ ਗੱਲਬਾਤ ਨਾਲ ਆਪਾਂ ਮਸਲੇ ਹੱਲ ਕਰਨੇ ਆ, ਆਪਾਂ ਗਨ ਨਹੀਂ ਰੱਖਣੀ, ਆਪਾਂ ਨੂੰ ਘਰੇ ਗਨ ਦੀ ਲੋੜ ਹੀ ਹੈ ਨਹੀਂ ਗੀ। ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਇਨਵੇਜ਼ਨ ਹੋਣ ਵਾਲਾ ਵਾ, ਫੋਰ ਐਗਜ਼ਾਮਪਲ ਏਲੀਅਨ ਹੀ ਅਟੈਕ ਕਰਨ ਵਾਲੇ ਆ, ਤੇ ਜੇ ਮੇਰੇ ਵਰਗੇ ਨਾ ਮਰੇ, ਜੇ ਮੇਰੇ ਵਰਗੇ ਨੂੰ ਖਤਰਾ ਦਿਸ ਵੀ ਰਿਹਾ ਵਾ ਵੀ ਮੇਰੀ ਇੱਕ ਸੋਚ 20 ਸਾਲਾਂ ਦੇ ਵਿੱਚ ਬਣ ਗਈ ਆ ਕਿ ਇਹ ਗਨਜ਼ ਵਗੈਰਾ ਇਹ ਚੀਜ਼ਾਂ ਮਾੜੀਆਂ ਵਾ, ਇਹ ਕਲਚਰ ਸਾਰਾ ਮਾੜਾ ਵਾ, ਤੇ ਚੱਕਵੇਂ ਗੀਤ ਮਾੜੇ ਆ। ਮੈਨੂੰ ਬਾਅਦ ਦੇ ਵਿੱਚ 22-25 ਸਾਲਾਂ ਦੇ ਆਭਾਸ ਵੀ ਹੋਣ ਲੱਗ ਪਿਆ ਵੀ ਸ਼ਾਇਦ ਕੋਈ ਅਟੈਕ ਹੋਣਾ ਵਾ, ਪਰ ਮੈਂ ਉਸ ਦੇ ਬਾਵਜੂਦ ਵੀ ਆਪਣੀ ਸੋਚ ਚੇਂਜ ਨਹੀਂ ਕਰਨ ਡਿਆ। ਪਰ ਜਦੋਂ ਮੈਂ 25 ਦੇ ਵਿੱਚ, ਜਦੋਂ ਜਿਹੜੇ ਉਹਦੇ ਟਾਈਮ ਜਵਾਕ ਜੰਮੇ ਜਵਾਨ ਹੋ ਰਹੇ ਅਜੇ, ਉਹ ਜੰਮੇ ਉਹ ਖਤਰੇ ਨੂੰ ਮਹਿਸੂਸ ਕਰਦੇ ਆ ਵਾ, ਤੇ ਉਹਨਾਂ ਦੀ ਸੋਚ ਇਹ ਪਰਪੱਕ ਹੋ ਰਹੀ ਆ ਕਿ ਸਾਨੂੰ ਗੰਨਾਂ ਦੀ ਲੋੜ ਆ, ਸਾਨੂੰ ਘਰੇ ਗੰਨਾਂ ਰੱਖਣੀਆਂ ਚਾਹੀਦੀਆਂ। ਪਰ ਜੇ ਉਹੀ ਗੱਲ ਆਖਣ ਡਿਆ ਵੀ ਜੇ ਸਿਰਫ ਮੇਰੇ ਵਰਗੇ ਹੀ ਲੋਕ ਹੋਣ ਤੇ ਮੈਂ ਉਹੀ ਪੀਸਫੁਲ ਦਾ ਝੰਡਾ ਚੱਕੀ ਫਿਰਾਂ ਵੀ ਅਸੀਂ ਵਾਇਲੈਂਸ ਨਹੀਂ ਕਰਨੀ, ਪਰ ਵਾਕਈ ਦੁਨੀਆ ਦਾ ਕੋਈ ਅਟੈਕ ਹੋਣ ਵਾਲਾ ਤੇ ਮੇਰੇ ਵਰਗੀ ਸੋਚ ਦੁਨੀਆ ਮਰਵਾ ਦੂਗੀ। ਤੇ ਇਸੇ ਦੇ ਉਲਟ ਵੀ ਆਪਾਂ ਕਹਿ ਸਕਦੇ ਹਾਂ ਕਿ ਜੇ ਸਾਰੇ ਲੋਕ ਲੜਾਈਆਂ ਵਾਲੇ ਹੋ ਜਾਣ ਤੇ ਦੁਨੀਆ ਨੂੰ ਲੋੜ ਹੋਵੇ ਸ਼ਾਂਤੀ ਦੀ, ਤੇ ਜਿਹੜੇ ਐਕਸਟ੍ਰੀਮਿਸਟ ਲੋਕ ਆ, ਜੇ ਉਹ ਕਿਉਂਕਿ ਉਹਨਾਂ ਨੇ ਤਾਂ ਚੇਂਜ ਹੋਣਾ ਨਹੀਂ, ਉਹਨਾਂ ਨੇ ਦੁਨੀਆ ਮਰਵਾ ਦੇਣੀ ਹੈ। ਕਿਉਂਕਿ ਮੇਬੀ ਇਨ ਫਿਊਚਰ ਸਾਨੂੰ ਲੋੜ ਹੋਵੇ ਮੋਰ ਇਨਵੈਂਸ਼ਨਸ ਦੀ, ਸਾਨੂੰ ਸਰਵਾਈਵ ਕਰਨਾ ਤੇ। ਫੋਰ ਐਗਜ਼ਾਮਪਲ ਆਪਣੀ ਥ੍ਰੈਟ ਕੱਲ ਨੂੰ ਇਹ ਨਾ ਹੋਵੇ ਕਿ ਏਲੀਅਨਸ ਨੇ ਅਟੈਕ ਕਰ ਦੇਣਾ, ਪਰ ਆਪਣੀ ਦੁਨੀਆ ਨੂੰ ਥ੍ਰੈਟ ਹੋਵੇ ਜਿਹੜੀ ਕਿ ਸਾਡੇ ਉਹੀ ਜੋ ਅੱਜ ਕੱਲ੍ਹ ਆਪਾਂ ਸੈਂਸ ਕਰਦੇ ਹਾਂ ਕਿ ਗਲੋਬਲ ਵਾਰਮਿੰਗ ਆ, ਸਾਡੀ ਦੁਨੀਆ ਤੇ ਗਰਮੀ ਵੱਧ ਰਹੀ ਹੈ। ਸੋ ਸਾਡੇ ਲੋਕ ਜਿਹੜੇ ਐਕਸਟ੍ਰੀਮਿਸਟ ਆ ਉਹ ਹੋਰ ਹੀ ਤਰ੍ਹਾਂ ਦੀ ਲੜਾਈ ਲੜੀ ਜਾਣ, ਉਹ ਹੋਰ ਹੀ ਤਰ੍ਹਾਂ ਦੀ ਲੜੀ ਜਾਣ ਕਿ ਸਾਨੂੰ ਵੱਖਰੀ ਕੰਟਰੀ ਚਾਹੀਦੀ ਆ, ਸਾਨੂੰ ਆਹ ਚਾਹੀਦਾ ਵਾ, ਸਾਨੂੰ ਉਹ ਚਾਹੀਦਾ, ਉਹ ਉਹੀ ਲੜਾਈ ਲੜੀ ਜਾਣ। ਪਰ ਅਸਲ ਦੇ ਵਿੱਚ ਅਸੀਂ ਕਿਸੇ ਹੋਰ ਹੀ ਚੀਜ਼ ਨਾਲ ਮਰ ਜਾਈਏ, ਅਸੀਂ ਦੁਨੀਆ ਤੇ ਵੱਧ ਰਹੀ ਗਰਮੀ ਦੇ ਨਾਲ ਹੀ ਮਰ ਜਾਈਏ। ਸੋ ਇਸੇ ਕਰਕੇ ਚਾਹੇ ਮੈਂ ਆ ਚਾਹੇ ਦੂਸਰੀ ਸੋਚ ਦੇ ਲੋਕ ਆ, ਆਈ ਥਿੰਕ ਦੁਨੀਆ ਦੀ ਤਰੱਕੀ ਵਾਸਤੇ, ਦੁਨੀਆ ਦੀ ਮੂਵਮੈਂਟ ਵਾਸਤੇ ਇਨਸਾਨ ਦਾ ਅਮਰ ਹੋਣਾ ਇੱਕ ਵਧੀਆ ਆਈਡੀਆ ਨਹੀਂ ਗਾ। ਇਨਸਾਨ ਮਰਦੇ ਰਹਿਣੇ ਚਾਹੀਦੇ ਆ ਉਮਰ ਦਰ ਉਮਰ, ਤਾਂ ਜੋ ਫਰੈਸ਼ ਆਈਡੀਆ ਆਉਂਦੇ ਰਹਿਣ, ਜਿਹੜੀਆਂ ਸੋਚ ਵੀ ਆ ਉਹ ਟਾਈਮ ਦੇ ਅਕੋਰਡਿੰਗਲੀ ਉਹ ਡਿਵੈਲਪ ਹੋਵੇ। ਜਿੱਦਾਂ ਮੈਂ ਉਹੀ ਕਿਹਾ ਕਿ ਜੇ ਕੋਈ ਉਹਦੇ ਟਾਈਮ ਦੇ ਵਿੱਚ ਜੰਮੂਗਾ ਜਦੋਂ ਕਿਸੇ ਨੂੰ ਦੁਨੀਆ ਨੂੰ ਥ੍ਰੈਟ ਮਹਿਸੂਸ ਹੋ ਰਹੀ ਹੈ, ਤਾਂ ਉਹੜੀਆਂ ਚੀਜ਼ਾਂ ਬਾਰੇ ਉਹ ਸੋਚੂਗਾ। ਤੇ ਜੇ ਅਸੀਂ ਨਹੀਂ ਚੇਂਜ ਹੁੰਦੇ ਤੇ ਆਫਕੋਰਸ ਜਿੱਦਾਂ ਅੱਜ ਕੱਲ੍ਹ ਪਿਆ ਵੀ ਹੈ ਨਾ ਵਾਹਵਾ ਰੌਲਾ ਕਿ AI ਦਾ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ, ਆਪਾਂ ਵੱਖ-ਵੱਖ ਪਿੱਛੇ ਜੇ ਆਈ ਥਿੰਕ ਗੂਗਲ ਦੇ ਇੱਕ ਕਿਸੇ ਬੰਦੇ ਨੇ ਰਿਜ਼ਾਈਨ ਕੀਤਾ ਵਾ, ਤੇ ਉਹਨੂੰ ਆਈ ਥਿੰਕ ਕੱਢਿਆ ਕੇ ਰਿਜ਼ਾਈਨ ਕੀਤਾ, ਕਿਉਂਕਿ ਹਰੇਕ ਕੰਪਨੀ ਆਪਣਾ AI ਡਿਵੈਲਪ ਕਰਨ ਦੀ, ਆਰਟੀਫਿਸ਼ੀਅਲ ਇੰਟੈਲੀਜੈਂਸ। ਜਦੋਂ ਆਪਾਂ ਜਾਂਦੇ ਹਾਂ ਕਿਸੇ 에ਅਰਲਾਈਨ ਨਾਲ ਗੱਲ ਕਰਨ, ਜਦੋਂ ਆਪਾਂ ਚੈਟ ਸ਼ੁਰੂ ਕਰਦੇ ਹਾਂ, ਆਪਣੀ ਪਹਿਲੀ ਜਿਹੜੀ ਗੱਲਬਾਤ ਉਹ AI ਨਾਲ ਹੀ ਹੁੰਦੀ ਆ। ਉਹ ਆਪਣੇ ਸਵਾਲਾਂ ਤੋਂ ਅੰਦਾਜ਼ਨ ਤੋਂ ਅੱਖਰ ਪੜ੍ਹ ਕੇ ਆਟੋਮੈਟਿਕਲੀ ਰਿਪਲਾਈ ਦਿੰਦੀ ਰਹਿੰਦੀ ਆ। ਆਪਾਂ ਆਪਣੀ 에ਅਰਲਾਈਨ ਦਾ ਨੰਬਰ ਭਰਦੇ ਹਾਂ, ਆਪੇ ਦੱਸ ਦੂ ਤੁਹਾਡੀ, ਉਹ ਸਾਰੀ AI ਹੁੰਦੀ ਆ। ਤੇ ਗੱਲ ਕੀ ਆ ਵੀ ਇੱਕ ਵੀ AI ਉਹੀ ਆ ਕਿ ਜਿਹੜੀ ਖੁਦ ਆਪ ਸਿੱਖੀ ਜਾਂਦੀ। ਇੱਕ ਹੁੰਦੀ ਪ੍ਰੋਗਰਾਮਡ ਵੀ ਆਪਾਂ ਚੀਜ਼ਾਂ ਭਰਤੀਆਂ ਵੀ ਇਹਦਾ ਤੂੰ ਆਹੀ ਰਿਪਲਾਈ ਦੇਣਾ, ਇਹਦਾ ਬਸ ਆਹੀ ਦੇਣਾ। ਪਰ ਵੀ ਜਿਹੜੀ ਖੁਦ ਸਿੱਖਦੀ ਆ, ਜਾਂ ਤਾਂ ਸਾਨੂੰ ਉਹਨਾਂ 'ਤੇ ਰਿਲਾਈ ਕਰਨਾ ਪਊਗਾ, ਕਿਉਂਕਿ ਉਹਨੇ ਆਪੇ ਸਿੱਖੀ ਜਾਣਾ, ਉਹਨੇ ਆਪੇ ਇੰਪਰੂਵ ਹੋਈ ਜਾਣਾ। ਪਰ ਉਹ ਡੇਂਜਰਸ ਵੀ ਆ ਸਾਡੇ ਲਈ ਕਿਤੇ ਨਾ ਕਿਤੇ ਕਹਿੰਦੇ। ਪਰ ਅਜੇ ਵੀ ਬਹੁਤ ਸਾਰੇ ਲੋਕੀ ਇਹਦੇ ਖਿਲਾਫ ਆ ਤੇ ਬਹੁਤ ਸਾਰੇ ਹੱਕ ਦੇ ਵਿੱਚ AI ਦੇ। ਜਿੱਦਾਂ ਪਿੱਛੇ ਜੇ ਮੈਂ ਕਿਹਾ ਕਿ ਗੂਗਲ ਦੀ ਆਈ ਥਿੰਕ ਉਹਨਾਂ ਨੇ ਇੱਕ ਕਰਮਚਾਰੀ ਕੱਢਦਾ ਸੀ, ਤੇ ਉਹਨਾਂ ਨੇ ਜਿਹੜਾ AI ਡਿਵੈਲਪ ਕੀਤੀ ਸੀ ਉਹਦੇ ਵਿੱਚ ਉਹਨੂੰ ਕਹਿੰਦੇ ਕੁਐਸਚਨ ਕੀਤਾ ਸੀ ਕਿ ਤੈਨੂੰ ਸਭ ਤੋਂ ਜ਼ਿਆਦਾ ਡਰ ਕੀ ਲੱਗਦਾ ਵਾ। ਵੀ ਉਹ ਇੱਕ ਵੀ ਸਿਸਟਮ ਆ ਜਿਹੜਾ ਹੈ ਨਾ, ਉਹ ਵੇਖੋ ਵੀ ਉਹਦੇ ਵਿੱਚ ਵੀ ਉਹ ਫੀਲਿੰਗਸ ਆ ਗਈਆਂ। ਉਹ ਕਹਿੰਦੀ ਮੈਨੂੰ ਸਭ ਤੋਂ ਜ਼ਿਆਦਾ ਡਰ ਇਹ ਲੱਗਦਾ ਵੀ ਕਿਸੇ ਦਿਨ ਮੈਨੂੰ ਸਵਿਚ ਆਫ ਨਾ ਕਰ ਦਿੱਤਾ ਜਾਵੇ।
ਸੋ ਤੁਸੀਂ ਇਹ ਸੋਚੋ ਵੀ ਜਿਹੜੀ ਚੀਜ਼ ਨੂੰ ਇਹ ਡਰ ਲੱਗਣ ਲੱਗ ਪਿਆ ਵਾ ਉਹ ਆਪਣੀ ਹੋਂਦ ਬਚਾਉਣ ਵਾਸਤੇ ਕੀ ਕੁਛ ਨਹੀਂ ਕਰ ਸਕੂ। ਜਿੱਦਾਂ ਕਿ ਟਵਿੱਟਰ ਨੇ ਵੀ AI ਇੱਕ ਵਾਰੀ ਆਪਣਾ ਇੱਕ ਅਕਾਊਂਟ ਲਾਂਚ ਕੀਤਾ ਸੀ ਤੇ AI ਜਿੱਦਾਂ ਕਿਹਾ ਵੀ ਜੋ ਵੀ ਇੰਟਰਨੈਟ ਤੇ ਮਾਲੂਮਾਤ ਆ ਉਹ ਤੋਂ ਸਾਰੇ ਤੋਂ ਸਿੱਖਦੀ ਆ ਤੇ ਉਹਦੇ ਨਾਲ ਉਹਨੂੰ ਲੋਕੀ ਛੇੜਨ ਲੱਗ ਪਏ, ਉਹਨੂੰ ਰਿਪਲਾਈ ਕਰਨ ਲੱਗ ਪਏ, ਹਨਾ ਪੁੱਠੇ ਸਿੱਧੇ ਵੀ ਆਉਣ ਲੱਗ ਪਏ, ਉਹਨੂੰ ਟੈਗ ਟਵੀਟ ਕਰਨ ਲੱਗ ਪਏ ਤੇ ਉਹ ਸਾਰੇ ਕੁਛ ਤੋਂ ਲਰਨ ਕਰਕੇ ਤੇ ਉਹ ਨਾਜ਼ੀ ਟਵੀਟ ਕਰਨ ਲੱਗ ਪਿਆ ਸੀ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਜਾਂ ਵਾਟਐਵਰ, ਹਨਾ ਵੀ ਉਹ ਨਾਜ਼ੀ ਟਾਈਪ ਟਵੀਟ ਕਰਨਾ ਪਿਆ ਸੀ। ਟਵਿੱਟਰ ਨੂੰ ਉਹ ਬੰਦ ਕਰਨਾ ਪਿਆ ਸੀ ਪਿੱਛੇ ਜੇ। ਆਈ ਥਿੰਕ ਫੇਸਬੁੱਕ ਨੇ ਵੀ ਕਈਆਂ ਨੇ ਇਦਾਂ ਦੇ ਆਪਣੇ ਪ੍ਰਯੋਗ ਕੀਤੇ ਆ। ਸੋ ਇਹ ਕਾਈਂਡ ਆਫ ਡੇਂਜਰਸ ਵੀ ਹੋ ਸਕਦੇ ਆ। ਪਰ ਜਿਹੜੀ ਆਪਾਂ ਗੱਲ ਮੁੜ ਕੇ ਆਉਨੇ ਆ ਕਿ ਵਾਕਈ ਹੀ ਕਿ ਆਪਾਂ ਬਦਲਦੇ ਨਹੀਂ ਹੈਗੇ। ਜੋ ਵੀ ਆਪਣੀ ਸੋਚ ਹੁੰਦੀ ਨਾ, ਆਪਾਂ ਆਲਵੇਜ਼, ਜਿੱਦਾਂ ਮੈਂ ਕਿਹਾ ਕਿ ਆਪਾਂ ਆਲਵੇਜ਼ ਹਮੇਸ਼ਾ ਕਿਸੇ ਨੂੰ ਸੁਣਦੇ ਆ। ਆਪਾਂ ਜਿੱਦਾਂ ਕਹਿੰਦੇ ਕਿ ਆਪਾਂ ਉਹਨੂੰ ਸਮਝਣ ਲਈ ਨਹੀਂ ਸੁਣਦੇ, ਆਪਾਂ ਰਿਪਲਾਈ ਕਰਨ ਲਈ ਹੀ ਸੁਣਦੇ ਆ। ਆਪਾਂ ਚੇਂਜ ਨਹੀਂ ਹੁੰਦਾ ਕੋਈ ਵੀ ਇਨਸਾਨ ਦੀ ਮਾਤਾ ਉਹ ਕਹਿੰਦਾ ਮੈਂ ਆਪਣੀ ਗਰਾਊਂਡ ਤੇ ਰਹਿਣਾ, ਬਸ ਮੈਂ ਕਿਸੇ ਵੀ ਤਰੀਕੇ ਨਾਲ ਆਪਣੇ ਆਪ ਨੂੰ ਡਿਫੈਂਡ ਕਰਨਾ। ਉਹਨੇ ਇਹ ਨਹੀਂ ਸੋਚਣਾ ਕਿ ਅਗਲੇ ਦਾ ਚੱਲ ਕੋਈ ਇਹ 'ਚ ਸ਼ਾਇਦ ਉਹਨੇ ਕੋਈ ਰੀਜ਼ਨੇਬਲ ਪੁਆਇੰਟ ਦਿੱਤਾ ਹੋਊਗਾ, ਮੈਂ ਓਕੇ ਯਾਰ ਕਨਵਿੰਸ ਹੋ ਜਾ। ਕਨਵਿੰਸ ਨਹੀਂ ਹੋਣਾ, ਬਟ ਆਪਾਂ ਆਲਵੇਜ਼ ਜਿੱਦਾਂ ਮਰਜ਼ੀ ਅੰਨ੍ਹੇਵਾਹ ਖੁਦ ਨੂੰ ਡਿਫੈਂਡ ਕਰਨਾ। ਸੋ ਇਸੇ ਕਰਕੇ ਹੀ ਆਪਣਾ ਸਭ ਦਾ ਮਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਚੇਂਜ ਨਹੀਂ ਹੁੰਦੇ। ਤੇ ਆਈ ਥਿੰਕ ਜੇ ਆਪਾਂ ਬਿਹਤਰੀ ਚਾਹੁੰਦੇ ਆ, ਅਮਰਤਾਲ ਤਾਂ ਆਪਾਂ ਵਧ ਹੀ ਰਹੇ ਤਾਂ ਆਪਾਂ ਨੂੰ ਫਿਰ ਚੇਂਜ ਹੋਣਾ ਵੀ ਸਿੱਖਣਾ ਹੀ ਪਊਗਾ, ਨਹੀਂ ਤੇ ਫਿਰ ਬੱਤੀ ਗੁੱਲ ਹੋਣ ਲਈ ਤਿਆਰ ਰਹੋ। ਤੇ ਐਨੀਵੇਜ਼ ਆਪਣੇ ਕਲਚਰ ਦੇ ਵਿੱਚ ਮੌਤ ਦਾ ਥੋੜਾ ਜਿਹਾ ਜ਼ਿਆਦਾ ਡਰ ਆ। ਗੋਰੇ ਗਾਰੇ ਆਈ ਥਿੰਕ ਬਹੁਤ ਤੁਸੀਂ ਆਮ ਦੇਖੋਗੇ ਗੋਰੇ ਜਿਹੜੇ ਆ ਉਹ ਆਪਣੀ ਗ੍ਰੇ ਵਾਸਤੇ ਸਾਰੀਆਂ ਤਿਆਰੀਆਂ ਆਪ ਕਰਕੇ ਜਾਂਦੇ ਆ। ਈਵਨ ਉਹ ਸਟੋਨ ਵਗੈਰਾ ਵੀ, ਬਾਕਸ ਵਗੈਰਾ ਵੀ ਆਪਣਾ ਆਪ ਖਰੀਦ ਜਾਂਦੇ ਆ। ਆਪਣੇ ਪੈਸੇ ਵੀ ਫਿਊਨਰਲ ਦੇ ਆਪ ਹੀ ਸੇਵ ਕਰਦੇ ਆ, ਕਿੰਨਾ ਖਰਚਾ ਕਰਨਾ, ਬਹੁਤ ਕੁਝ ਲਿਖ ਜਾਂਦੇ ਆ। ਉਹ ਥੋੜਾ ਜਿਹਾ ਮੌਤ ਨੂੰ ਲੈ ਕੇ ਜ਼ਿਆਦਾ, ਆਪਣੇ ਥੋੜਾ ਜਿਹਾ ਮੌਤ ਨੂੰ ਲੈ ਕੇ ਡਰ ਜ਼ਿਆਦਾ ਲੋਕਾਂ ਦੇ ਵਿੱਚ ਰਹਿੰਦਾ। ਸੋ ਐਨੀਵੇ ਇਹੋ ਹੀ ਸੀ। ਆਈ ਥਿੰਕ ਤੁਸੀਂ ਵੀ ਜਿਹੜੀ ਚੀਜ਼ ਬਾਰੇ ਸੋਚ ਸਕਦੇ ਆ, ਕੋਈ ਤੁਹਾਡਾ ਵੀ ਕੋਈ ਇਹਦੇ ਬਾਰੇ ਵਿਊ ਹੋਇਆ ਤਾਂ ਜ਼ਰੂਰ ਦਿਓ। ਤੇ ਇਦਾਂ ਦੀਆਂ ਵੀਡੀਓ ਮੈਨੂੰ ਨਹੀਂ ਪਤਾ ਲੋਕੀ ਸ਼ਾਇਦ ਪਸੰਦ ਨਹੀਂ ਕਰਦੇ ਹੁੰਦੇ, ਪਰ ਐਨੀਵੇ ਮੈਨੂੰ ਇਹ ਗੱਲ ਬਹੁਤ ਘੈਂਟ ਲੱਗੀ ਸੀ ਜਦੋਂ ਮੈਂ ਸੁਣੀ ਸੀ, ਮੈਨੂੰ ਸੋਚਣ ਵਾਸਤੇ ਮਜਬੂਰ ਕੀਤਾ ਸੀ। ਤੇ ਮੇਰਾ ਵਾਕਈ ਲੱਗਾ ਕਿ ਯਾਰ ਵੀ ਮਰਨਾ ਕੋਈ ਮਾੜੀ ਚੀਜ਼ ਨਹੀਂ ਹੈਗੀ, ਵੀ ਇਹ ਆਈ ਥਿੰਕ ਨੈਸੈਸਿਟੀ ਆ ਇਹ ਸਾਰੀ ਦੁਨੀਆ ਦੀ। ਇਹ ਚੱਲਦਾ ਰਹੇ ਸਰਕਲ ਤੇ ਬਿਹਤਰੀ ਵੱਲ ਜਾਂਦਾ ਰਹੇ। ਜਿੱਦਾਂ ਉਹ ਕਿਹਾ ਕਿ ਜੇ ਮਰੋਗੇ ਤਾਂ ਸ਼ਾਇਦ ਇਹ ਸਾਰਾ ਕੁਝ ਤਬਾਹ ਹੋ ਜਾਂਦਾ। ਓਕੇ ਜੀ, ਸੋ ਇੰਨੀ ਕੀ ਵੀਡੀਓ ਸੀ। ਭੁੱਲ ਚੁੱਕਾ ਮਾਫ, ਸਤਿ ਸ਼੍ਰੀ ਅਕਾਲ, ਜਿਉਂਦੇ ਵਸਦੇ ਰਹੋ।